प्रदीप जी पूरा मामला किहड़ा ये 29 साल बाद FIR दर्ज हुई पूरा मामला की सी ये जे तुसी क्लीयर च पूरे डिटेल च दस सकोगे। ਡਾਊਟ ਦੇ ਉੱਤੇ ਕੁਝ ਲੋਕਾਂ ਨੂੰ ਚੁੱਕਿਆ ਗਿਆ ਸੀ ਜਿਨ੍ਹਾਂ ਚੋਂ ਇੱਕ ਬਲਵੰਤ ਸਿੰਘ ਮੁਲਤਾਨੀ ਸੀ। ਉਹਨੂੰ ਮੋਹਾਲੀ ਤੋਂ ਉਹਨਾਂ ਨੂੰ ਚੁੱਕਿਆ ਔਰ ਚੰਡੀਗੜ੍ਹ ਪੁਲਿਸ ਨੇ ਚੁੱਕਿਆ, ਚੰਡੀਗੜ੍ਹ ਲਿਆ ਕੇ ਟੌਰਚਰ ਕੀਤਾ, ਫਿਰ ਸ਼ੋਅ ਕੀਤਾ ਕਿ ਜੀ ਉਹਨਾਂ ਨੂੰ ਕਾਦੀਆਂ ਲੈ ਗਿਆ ਜਿੱਥੇ ਉਹਨਾਂ ਨੂੰ ਉਹ ਕਸਟਡੀ 'ਚੋਂ ਭੱਜ ਗਏ ਸ਼ੋਅ। ਰਿਐਲਿਟੀ ਇਹ ਸੀ ਕਿ ਉਹਨਾਂ ਨੂੰ ਮੋਹਾਲੀ ਤੋਂ ਚੁੱਕਿਆ, ਚੰਡੀਗੜ੍ਹ ਲਿਆ ਕੇ ਟੌਰਚਰ ਕਰਕੇ ਕਸਟਡੀ ਦੇ ਵਿੱਚ ਹੀ ਉਹਨਾਂ ਨੂੰ ਮਾਰ ਦਿੱਤਾ ਗਿਆ। ਇੰਨਾ ਟੌਰਚਰ ਕੀਤਾ ਗਿਆ ਕਿ ਉਹ ਕਸਟਡੀ 'ਚ ਮਰ ਗਏ। 2007 ਦੇ ਵਿੱਚ 91 ਤੋਂ ਬਾਅਦ 2007 ਤੱਕ ਇਹ ਬੰਦਿਆਂ ਨੂੰ ਪੀਓ ਡਿਕਲੇਅਰ ਕਰਕੇ ਰੱਖਿਆ ਗਿਆ। ਸੋ ਇਹ ਮਾਮਲੇ ਦੇ ਵਿੱਚ ਕੋਈ ਗਵਾਹ ਹੈਗਾ ਇਸ ਸਮੇਂ? देखो गवाह तो 70 ਦੇ ਸੀਬੀਆਈ ਨੇ ਐਗਜ਼ਾਮਿਨ ਕੀਤੇ 10 ਸਾਲ ਪਹਿਲਾਂ ਤੇ ਅੱਜ ਵੀ ਬਹੁਤ ਜਾਂ 12 ਸਾਲ ਪਹਿਲਾਂ ਅੱਜ ਵੀ ਬਹੁਤ ਹੋਣਗੇ ਜੇ ਤਫਤੀਸ਼ ਹੋਵੇ। ਅੱਜ ਇੱਕ ਗਵਾਹ ਨੇ ਮਿਸਿਸ ਜੀਕੇ ਮਾਨ ਨੇ ਐਡਵੋਕੇਟ ਨੇ, ਉਹਨਾਂ ਨੇ ਕੋਰਟ ਦੇ ਵਿੱਚ ਵੀ ਅੱਜ ਬਿਆਨ ਦਿੱਤਾ ਹੈ। ਕੱਲ ਉਹਨਾਂ ਨੇ ਇਨਵੈਸਟੀਗੇਟਿੰਗ ਆਫੀਸਰ ਕੋਲ ਆਪਣੀ ਸਟੇਟਮੈਂਟ ਰਿਕਾਰਡ ਕਰਾਈ ਸੀ। ਅੱਜ ਉਹਨਾਂ ਨੇ ਆਪਣੀ ਸਟੇਟਮੈਂਟ ਮੈਜਿਸਟ੍ਰੇਟ ਦੇ ਸਾਹਮਣੇ ਕੋਰਟ ਦੇ ਵਿੱਚ 164 ਦਾ ਬਿਆਨ ਕਰਵਾਇਆ ਜਿਹਦੇ 'ਚ ਉਹਨਾਂ ਨੇ ਸਾਰੀਆਂ ਡਿਟੇਲਸ ਦਿੱਤੀਆਂ। प्रदीप जी एक गल दस्यो मैनू ये हुण केस किस तरह चलेगा, किस तरह की सुनवाई होएगी, अगे किस तरह केस चलेगा? परिवार को कोई इंसाफ की उम्मीद है? 29 साल तो पहले बीत चुके ने। वो लड़ाई तो असीं जारी रखनी है। तुहाडे दर्शकों को एक गल कह दें तो गुरु गोबिंद सिंह जी ने कह दे शिवा वर मोहे है शुभ कर्मन ते करो सो जब जाए लड़ो निष्ठा कर। असीं तो जित लई लड़ना है क्योंकि इंसाफ दी है। ये जित उन्हां लोकां दी अरदास दी होऊगी जिन्हों ने सुमेध सैनी के हथों अपने टब्बर का नुकसान करवाया। प्रदीप जी एक गल दसो पहला जिहड़ा प्रोफैसर दविंदरपाल भुल्लर का परिवार सी जिहड़े उन्हां दे परिवारक मैंबरां दे दा भी हैगा विच केस चलदा सी, कोई उन्हां वल्लों भी कोई तुहाडे तक पहुंच कीती गई है जां उन्हां दा केस कित्थे आ? अजे तक उन्हां वल्लों कोई नहीं आया और यही चीज़ असीं ऑनरेबल कोर्ट को भी दस्सण की कोशिश की है कि सैनी इन्नी दहशत क्रिएट करके रखता है। तुसी केस लड़ रहे हो DGP के खिलाफ, कोई फोन वगैरह तो नहीं आ रहे, धमकियां भरे फोन कोई? यही गल मैनू धमकाउण दी, देखो मैं रब तो डरन वाला बंदा। कुर्बानी लिखिया है गगन दमामा बाजियो पर निशाने खाओ खेजो मांडो सूरमा पूजन बताओ। मैं कुर्बानी विश्वास रखने वाला बंदा, रब दे राह ते चलण वाला बंदा। मैनू ना धमकी दे सकता कोई, देवे तो मैं डरदा नहीं, मैं पंगा लैण। सत श्री अकाल जी, मैं हाँ कुलदीप सिंह भोड़े। अज साबका DGP सुमेध सैनी नूं जमानत मिली आ। बीते दिनी 29 साल बाद जिहड़ा उन्हां ते FIR दर्ज हुई सी बलवंत सिंह मलतानी मामले दे विच। जो बलवंत सिंह मलतानी दा केस लड़ रहे ने प्रदीप बिरको साडे नाल जुड़ चुके ने। असीं उन्हां नाल गलबात करांगे भी आखिरकार ये मामला पूरा की सी। प्रदीप जी तुहाडा बहुत बहुत स्वागत है पहला ग्लोबल पंजाब TV ते। थैंक यू जी। प्रदीप जी मेरा पहला सवाल ये है कि अज साबका DGP सुमेध सैनी नूं जमानत मिली है, किस तरह की जमानत है? ਇਹਨੂੰ ਐਂਟੀਸਿਪੇਟਰੀ ਬੇਲ ਕਹਿੰਦੇ ਜੀ, ਅਗਰਿਮ ਜ਼ਮਾਨਤ। ਸੁਮੇਧ ਸੈਣੀ ਨੇ ਅਰੈਸਟ ਹੋਣ ਤੋਂ ਜ਼ਮਾਨਤ ਆਪਣੀ ਪਾਈ ਸੀ ਕਿ ਉਹਨੂੰ ਅਰੈਸਟ ਨਾ ਕੀਤਾ ਜਾਵੇ, ਇਨਵੈਸਟੀਗੇਸ਼ਨ ਨੂੰ ਜੁਆਇਨ ਕਰਨ ਲਈ ਤਿਆਰ ਹੈ। ਸੋ ਉਹ ਜ਼ਮਾਨਤ ਉਹਦੀ ਮਨਜ਼ੂਰ ਹੋਈ ਹੈ ਕਿ ਉਹਨੂੰ ਅਰੈਸਟ ਤੋਂ ਪ੍ਰੋਟੈਕਸ਼ਨ ਮਿਲੀ ਹੈ ਇੱਕ ਵਾਰੀ ਜੀ। प्रदीप जी पूरा मामला किहड़ा ये 29 साल बाद FIR दर्ज हुई पूरा मामला की सी ये जे तुसी क्लीयर च पूरे डिटेल च दस सकोगे? मैं ਇਹਦੀ ਜਿੰਨਾ ਸਿੰਪਲੀਫਾਈ ਕਰਕੇ ਮੈਂ ਦੱਸ ਸਕਦਾ ਮੈਂ ਦੱਸਦਾ। ਸੁਮੇਧ ਇਹ 91 ਦੇ ਵਿੱਚ ਜਦੋਂ ਸੁਮੇਧ ਸਿੰਘ ਸੈਣੀ SSP UTC ਉਦੋਂ ਦੀ ਗੱਲ ਹੈ। ਉਸ ਵੇਲੇ ਸੁਮੇਧ ਸਿੰਘ ਸੈਣੀ ਨੇ ਦੇ ਉੱਤੇ ਹੋਏ ਬੰਬ ਬਲਾਸਟ ਦੇ ਕੇਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਡਾਊਟ ਦੇ ਉੱਤੇ ਕੁਝ ਲੋਕਾਂ ਨੂੰ ਚੁੱਕਿਆ ਗਿਆ ਸੀ ਜਿਨ੍ਹਾਂ ਚੋਂ ਇੱਕ ਬਲਵੰਤ ਸਿੰਘ ਮੁਲਤਾਨੀ ਸੀ ਜੀ। ਉਹਨੂੰ ਮੋਹਾਲੀ ਤੋਂ ਉਹਨਾਂ ਨੂੰ ਚੁੱਕਿਆ ਔਰ ਚੰਡੀਗੜ੍ਹ ਪੁਲਿਸ ਨੇ ਚੁੱਕਿਆ, ਚੰਡੀਗੜ੍ਹ ਲਿਆ ਕੇ ਟੌਰਚਰ ਕੀਤਾ, ਫਿਰ ਸ਼ੋਅ ਕੀਤਾ ਕਿ ਜੀ ਉਹਨਾਂ ਨੂੰ ਕਾਦੀਆਂ ਲੈ ਗਿਆ ਜਿੱਥੇ ਉਹਨਾਂ ਨੂੰ ਉਹ ਕਸਟਡੀ 'ਚੋਂ ਭੱਜ ਗਏ ਸ਼ੋਅ ਕੀਤਾ ਜੀ। ਰਿਐਲਿਟੀ ਇਹ ਸੀ ਕਿ ਉਹਨਾਂ ਨੂੰ ਮੋਹਾਲੀ ਤੋਂ ਚੁੱਕਿਆ, ਚੰਡੀਗੜ੍ਹ ਲਿਆ ਕੇ ਟੌਰਚਰ ਕਰਕੇ ਕਸਟਡੀ ਦੇ ਵਿੱਚ ਹੀ ਉਹਨਾਂ ਨੂੰ ਮਾਰ ਦਿੱਤਾ ਗਿਆ। ਇੰਨਾ ਟੌਰਚਰ ਕੀਤਾ ਗਿਆ ਕਿ ਉਹ ਕਸਟਡੀ 'ਚ ਮਰ ਗਏ। ਹੁਣ ਉਸ ਤੋਂ ਬਾਅਦ ਇਹ ਸ਼ੋਅ ਕੀਤਾ ਗਿਆ ਕਿ ਕਿਸ ਤਰ੍ਹਾਂ ਐਵੀਡੈਂਸ ਫੈਬਰੀਕੇਟ ਕਰਕੇ ਇਹ ਸ਼ੋਅ ਕੀਤਾ ਗਿਆ ਕਿ ਉਹਨਾਂ ਨੂੰ ਦੂਜੇ ਕੇਸਿਸ ਦੇ ਵਿੱਚ ਜੀ ਕਾਦੀਆਂ ਲੈ ਗਏ ਔਰ ਕਾਦੀਆਂ ਤੋਂ ਭੱਜਦੇ ਹੋਏ ਐਨਕਾਊਂਟਰ ਦੇ ਵਿੱਚੋਂ ਮਾਰੇ ਗਏ। ਇਹ ਵੀ ਸੀ ਇਹਨਾਂ ਦੇ ਨਾਲ ਦਵਿੰਦਰਪਾਲ ਭੁੱਲਰ ਦੇ ਫਾਦਰ ਤੇ ਮਾਸੜ ਸੀ। ਹੋਰ ਵੀ ਇੱਕ ਦੋ ਜਾਣਿਆਂ ਦਾ ਨਾਮ ਆਉਂਦਾ ਬਟ ਬੇਸਿਕਲੀ ਇਹ ਤਿੰਨ ਜਾਣਿਆਂ ਤੇ ਇਸ਼ੂ ਤੇ 2007 ਦੇ ਵਿੱਚ 91 ਤੋਂ ਬਾਅਦ 2007 ਤੱਕ ਇਹ ਬੰਦਿਆਂ ਨੂੰ ਪੀਓ ਡਿਕਲੇਅਰ ਕਰਕੇ ਰੱਖਿਆ ਗਿਆ।
2007 ਦੇ ਵਿੱਚ ਜਦੋਂ ਆਨਰੇਬਲ ਹਾਈ ਕੋਰਟ ਇਸ ਕੇਸ ਦੀ ਅਪੀਲ ਸੁਣ ਰਹੀ ਸੀ, ਉਸ ਅਪੀਲ ਨੂੰ ਸੁਣਦਿਆਂ ਹੋਇਆਂ ਆਨਰੇਬਲ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਕਿ ਇਸ ਕੇਸ ਦੇ ਵਿੱਚ ਜਿਹੜੇ ਪੀਓਜ਼ ਨੇ, ਪ੍ਰੋਕਲੇਮਡ ਅਫੈਂਡਰਸ ਨੇ, ਉਹਨਾਂ ਨੂੰ ਲੱਭਿਆ ਜਾਵੇ। ਉਹ ਜਦੋਂ ਲੱਭਣ ਲੱਗੇ ਤੇ ਉਹਦੇ ਵਿੱਚ ਮਿਸਟਰ ਬਲਵੰਤ ਸਿੰਘ ਮੁਲਤਾਨੀ ਦੀ ਫੈਮਿਲੀ ਨੂੰ ਜਦੋਂ ਕੰਟੈਕਟ ਕੀਤਾ ਗਿਆ ਤੇ ਉਹਨਾਂ ਦੇ ਫਾਦਰ ਨੇ ਐਫੀਡੇਵਿਟ ਫਾਈਲ ਕੀਤਾ ਕਿ ਜੀ ਮੇਰੇ ਮੁੰਡੇ ਨੂੰ ਤਾਂ ਇਹ ਐਨਕਾਊਂਟਰ ਦੇ ਵਿੱਚ ਮਾਰ ਦਿੱਤਾ ਗਿਆ ਸੀ ਔਰ ਮੈਂ ਤਾਂ ਬੜਾ ਜ਼ੋਰ ਲਾਇਆ ਪਰ ਉਹਦੇ ਤੇ ਕੋਈ ਇਨਕੁਆਇਰੀ ਨਹੀਂ ਹੋਈ। ਉਹਨਾਂ ਦੀ ਐਪਲੀਕੇਸ਼ਨ ਦੇ ਉੱਤੇ ਫਿਰ ਦਵਿੰਦਰਪਾਲ ਭੁੱਲਰ ਦੀ ਫੈਮਿਲੀ ਅੱਗੇ ਆਈ। ਉਹਨਾਂ ਦੋਵਾਂ ਦੀ ਐਪਲੀਕੇਸ਼ਨਸ ਦੇ ਉੱਤੇ ਆਨਰੇਬਲ ਹਾਈ ਕੋਰਟ ਨੇ ਆਰਡਰ ਕਰਕੇ ਸੀਬੀਆਈ ਨੂੰ ਇਨਵੈਸਟੀਗੇਸ਼ਨ ਦੇ ਦਿੱਤੀ। ਜਦੋਂ ਇਨਵੈਸਟੀਗੇਸ਼ਨ ਸੀਬੀਆਈ ਕੋਲ ਗਈ ਤੇ 9 ਮਹੀਨੇ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਪ੍ਰੀਲਿਮਿਨਰੀ ਇਨਕੁਆਇਰੀ ਰਜਿਸਟਰ ਹੋਈ। 9 ਮਹੀਨੇ ਉਹ ਇਨਕੁਆਇਰੀ ਚੱਲੀ ਔਰ 70 ਵਿਟਨੈਸ ਉਸ ਕੇਸ ਦੇ ਵਿੱਚ ਐਗਜ਼ਾਮਿਨ ਹੋਏ। ਉਸ ਤੋਂ ਬਾਅਦ 2 ਜੁਲਾਈ 2008 ਨੂੰ ਸੀਬੀਆਈ ਨੇ ਸੈਕੰਡ ਐਫਆਈਆਰ ਦਰਜ ਕੀਤੀ ਇਸ ਕੇਸ ਦੇ ਵਿੱਚ ਸੈਣੀ ਦੇ ਖਿਲਾਫ। ਫਰਸਟ ਐਫਆਈਆਰ ਜੋ ਕਿ ਇਨ ਰਿਐਲਿਟੀ ਸੁਮੇਧ ਸਿੰਘ ਸੈਣੀ ਆਲਰੇਡੀ ਸੀਬੀਆਈ ਦਾ ਕੇਸ ਫੇਸ ਕਰ ਰਿਹਾ, ਸੁਮੇਧ ਸਿੰਘ ਸੈਣੀ ਦੇ ਖਿਲਾਫ ਸੈਕੰਡ ਸੀਬੀਆਈ ਵੱਲੋਂ ਐਫਆਈਆਰ ਹੋਈ ਕਿ ਜੀ ਇਹ ਆਲਰੇਡੀ ਕੇਸ ਨੂੰ ਫੇਸ ਕਰ ਰਿਹਾ। ਦੂਜਾ ਕੇਸ ਹੈ ਇਹਦੇ ਅਗੇਂਸਟ ਆਫ ਕਸਟੋਡੀਅਲ ਡੈਥ। ਹੁਣ ਉਸ ਚੀਜ਼ ਦੇ ਵਿੱਚ ਜਦੋਂ ਸੈਕੰਡ ਐਫਆਈਆਰ ਜਦੋਂ ਦਰਜ ਹੋਈ ਸੈਣੀ ਦੇ ਖਿਲਾਫ 2008 ਦੇ ਵਿੱਚ, ਸੁਮੇਧ ਸਿੰਘ ਸੈਣੀ ਨੇ ਸਟੇਟ ਆਫ ਪੰਜਾਬ ਨੇ ਇੱਕ ਐਸਐਲਪੀ ਪਾਈ। ਸਟੇਟ ਆਫ ਪੰਜਾਬ ਦੀ ਐਸਐਲਪੀ ਦੇ ਉੱਤੇ ਆਨਰੇਬਲ ਸੁਪਰੀਮ ਕੋਰਟ ਨੇ ਇੱਕ ਟੈਕਨੀਕੈਲਿਟੀ ਤੇ ਸਟੇ ਕਰਤਾ ਕਿ ਸੁਮੇਧ ਸਿੰਘ ਸੈਣੀ ਨੂੰ ਸੁਣਿਆ ਨਹੀਂ ਗਿਆ ਸੀ ਐਂਡ ਆਨਰੇਬਲ ਹਾਈ ਕੋਰਟ ਦਾ ਜਿਹੜਾ ਡਿਵੀਜ਼ਨ ਬੈਂਚ ਸੀ ਉਸ ਵੇਲੇ ਦੇ ਸ਼ੁੱਡ ਹੈਵ ਐਜ਼ ਪਰ ਰੋਸਟਰ ਲਿਸਟਡ ਦ ਕੇਸ ਟੂ ਸਮ ਅਦਰ ਬੈਂਚ। ਉਸ ਟੈਕਨੀਕੈਲਿਟੀ ਦੇ ਉੱਤੇ ਦਸੰਬਰ 2011 ਦੇ ਵਿੱਚ ਆਨਰੇਬਲ ਸੁਪਰੀਮ ਕੋਰਟ ਨੇ ਇਸ ਕੇਸ ਨੂੰ ਕੁਐਸ਼ ਕੀਤਾ, ਇਹ ਕਹਿੰਦੇ ਆ ਕਿ ਇਸ ਟੈਕਨੀਕਲ ਇਸ਼ੂ ਤੇ ਅਸੀਂ ਕੁਐਸ਼ ਕਰ ਰਹੇ ਹਾਂ ਪਰ ਪਾਰਟੀਜ਼ ਫਰੈਸ਼ ਕੰਪਲੇਂਟ ਫਾਈਲ ਕਰਕੇ ਦੁਬਾਰਾ ਕੇਸ ਸ਼ੁਰੂ ਕਰ ਸਕਣ। ਸੀਬੀਆਈ ਦੀ ਇਨਵੈਸਟੀਗੇਸ਼ਨ ਨੂੰ ਲੈ ਕੇ ਕਦੇ ਵੀ ਆ ਨਹੀਂ ਕਿਹਾ ਗਿਆ ਕਿ 70 ਵਿਟਨੈਸਸ ਨੇ ਜੋ ਦਸੀਆਂ ਡਿਟੇਲਸ ਕਿ ਵੀ ਕਿਸ ਤਰ੍ਹਾਂ ਬੰਦਿਆਂ ਨੂੰ ਟੌਰਚਰ ਕੀਤਾ ਗਿਆ, ਮਾਰਿਆ ਗਿਆ, ਜਾਂ ਸੀਬੀਆਈ ਦੀ ਐਫਆਈਆਰ ਦੀਆਂ ਮੈਰਿਟਸ, ਉਹਨਾਂ ਨੂੰ ਕਦੇ ਟੱਚ ਵੀ ਨਹੀਂ ਕੀਤਾ ਆਨਰੇਬਲ ਸੁਪਰੀਮ ਕੋਰਟ ਨੇ। ਉਹਨਾਂ ਨੇ ਕਦੇ ਨਹੀਂ ਕਿਹਾ ਕਿ ਇਨਵੈਸਟੀਗੇਸ਼ਨ ਜਾਂ ਗਲਤ ਹੈ ਜਾਂ ਫਾਲਟੀ ਹੈ ਜਾਂ ਟੇਂਟਡ ਹੈ, ਉਹੋ ਜਿਹਾ ਕੁਝ ਨਹੀਂ ਕਿਹਾ ਗਿਆ। ਸਿਰਫ ਇੱਕ ਲੀਗਲ ਪੁਆਇੰਟ ਦੇ ਉੱਤੇ ਇਹ ਕੁਐਸ਼ ਹੋਈ ਔਰ ਇਹਦੇ ਵਿੱਚ ਲਿਬਰਟੀ ਦੇਤੀ ਆਨਰੇਬਲ ਸੁਪਰੀਮ ਕੋਰਟ ਨੇ ਕਿ ਪਾਰਟੀਜ਼ ਦੁਬਾਰਾ ਕੰਪਲੇਂਟ ਦੇ ਕੇ ਇਨਵੈਸਟੀਗੇਸ਼ਨ ਦਾ ਪ੍ਰੋਸੈਸ ਸ਼ੁਰੂ ਕਰਵਾ ਸਕਦੀ। ਹੁਣ ਸੁਮੇਧ ਸਿੰਘ ਸੈਣੀ 2 ਮਹੀਨੇ ਬਾਅਦ ਡੀਜੀਪੀ ਬਣ ਗਏ ਪੰਜਾਬ ਦੇ। ਐਜ਼ ਅ ਰਿਜ਼ਲਟ ਇਹ ਕੰਪਲੇਂਟਸ ਕਦੇ ਦਿੱਤੀਆਂ ਹੀ ਨਹੀਂ ਜਾ ਸਕੀਆਂ। ਡੀਜੀਪੀ ਦੇ ਖਿਲਾਫ ਕੌਣ ਕੰਪਲੇਂਟ ਦੇ ਸਕਦਾ ਸੀ? ਐਜ਼ ਅ ਰਿਜ਼ਲਟ ਹੁਣ ਉਹਦੀ ਰਿਟਾਇਰਮੈਂਟ ਤੋਂ ਬਾਅਦ ਆ ਸਾਰਾ ਮਟੀਰੀਅਲ ਇਕੱਠਾ ਕਰਕੇ ਉਹ ਜਿਹੜੇ ਬਲਵੰਤ ਸਿੰਘ ਮੁਲਤਾਨੀ ਦੇ ਫਾਦਰ ਸੀ ਉਹਨਾਂ ਦੀ ਡੈਥ ਹੋ ਗਈ ਸੀ, ਸੋ ਬਲਵੰਤ ਸਿੰਘ ਮੁਲਤਾਨੀ ਦੇ ਬ੍ਰਦਰ ਨੇ ਸਾਰਾ ਮਟੀਰੀਅਲ ਕਰਕੇ ਹੁਣ ਕੰਪਲੇਂਟ ਦਿੱਤੀ ਜਿਹਦੇ ਤੇ ਸੁਮੇਧ ਸਿੰਘ ਸੈਣੀ ਦੇ ਖਿਲਾਫ ਐਫਆਈਆਰ। ਸੋ ਆਹ ਮਾਮਲਾ ਹੈ। ਪ੍ਰਦੀਪ ਜੀ ਮੈਨੂੰ ਇੱਕ ਗੱਲ ਦੱਸੋ, ਇਹ ਮਾਮਲੇ ਦੇ ਵਿੱਚ ਕੋਈ ਗਵਾਹ ਹੈਗਾ ਇਸ ਸਮੇਂ? ਦੇਖੋ ਗਵਾਹ ਤਾਂ 70 ਦੇ ਸੀਬੀਆਈ ਨੇ ਐਗਜ਼ਾਮਿਨ ਕੀਤੇ ਆ 10 ਸਾਲ ਪਹਿਲਾਂ ਤੇ ਅੱਜ ਵੀ ਬਹੁਤ, ਜਾਂ 12 ਸਾਲ ਪਹਿਲਾਂ, ਅੱਜ ਵੀ ਬਹੁਤ ਹੋਣਗੇ ਜੇ ਤਫਤੀਸ਼ ਹੋਵੇ। ਅੱਜ ਇੱਕ ਗਵਾਹ ਨੇ ਮਿਸਿਸ ਜੀਕੇ ਮਾਨ ਨੇ, ਐਡਵੋਕੇਟ ਨੇ, ਉਹਨਾਂ ਨੇ ਕੋਰਟ ਦੇ ਵਿੱਚ ਵੀ ਅੱਜ ਬਿਆਨ ਦਿੱਤਾ ਹੈ। ਕੱਲ ਉਹਨਾਂ ਨੇ ਇਨਵੈਸਟੀਗੇਟਿੰਗ ਆਫੀਸਰ ਕੋਲ ਆਪਣੀ ਸਟੇਟਮੈਂਟ ਰਿਕਾਰਡ ਕਰਾਈ ਸੀ। ਅੱਜ ਉਹਨਾਂ ਨੇ ਆਪਣੀ ਸਟੇਟਮੈਂਟ ਮੈਜਿਸਟ੍ਰੇਟ ਦੇ ਸਾਹਮਣੇ ਕੋਰਟ ਦੇ ਵਿੱਚ 164 ਦਾ ਬਿਆਨ ਕਰਵਾਇਆ ਜਿਹਦੇ 'ਚ ਉਹਨਾਂ ਨੇ ਸਾਰੀਆਂ ਡਿਟੇਲਸ ਦਿੱਤੀਆਂ ਜੋ ਵੀ ਉਹਨਾਂ ਦੀ ਸਟੇਟਮੈਂਟ ਦੇ ਵਿੱਚ ਆਈਆਂ। ਕਿਉਂਕਿ ਉਹਨਾਂ ਨੇ ਇਹ ਸ਼ੁਰੂ ਤੋਂ ਕੋਰਟ ਦੇ ਵਿੱਚ ਵੀ ਸੈਟਰਡੇ ਨੂੰ ਪੇਸ਼ ਹੋਏ ਸੀ। ਉਹਨਾਂ ਨੇ ਕਿਹਾ ਸੀ ਕਿ ਕਿਸ ਤਰ੍ਹਾਂ ਉਹਨਾਂ ਨੇ ਕੋਰਟ ਨੂੰ ਦੱਸਿਆ ਕਿ ਕਿਸ ਤਰ੍ਹਾਂ ਸ਼ੀ ਵਾਜ਼ ਐਨ ਆਈ ਵਿਟਨੈਸ। ਉਹਨਾਂ ਦੇ ਸਾਹਮਣੇ ਸੁਮੇਧ ਸਿੰਘ ਸੈਣੀ ਨੇ ਟੌਰਚਰ ਕੀਤਾ ਮੁਲਤਾਨੀ ਨੂੰ, ਕਿਸ ਤਰ੍ਹਾਂ ਉਹ ਕੀ ਉਹਦੀ ਕੰਡੀਸ਼ਨ ਸੀ, ਉਹ ਸਾਰੀਆਂ ਡਿਟੇਲਸ ਉਹਨਾਂ ਨੇ ਕੋਰਟ ਦੇ ਵਿੱਚ ਸੈਟਰਡੇ ਨੂੰ ਓਪਨਲੀ ਦੱਸੀਆਂ ਸੀ। ਪਰ ਆਨਰੇਬਲ ਕੋਰਟ ਉਹਨਾਂ ਦੀ ਸਟੇਟਮੈਂਟ ਨੂੰ ਰਿਕਾਰਡ ਨਹੀਂ ਕੀਤਾ। ਫਿਰ ਆਈਓ ਨੇ ਉਹ ਸਟੇਟਮੈਂਟ ਸੰਡੇ ਨੂੰ ਰਿਕਾਰਡ ਕੀਤੀ ਹੈ ਕੱਲ ਮਤਲਬ, ਔਰ ਅੱਜ ਉਹਨਾਂ ਦੀ ਸਟੇਟਮੈਂਟ ਕੋਰਟ ਦੇ ਵਿੱਚ ਰਿਕਾਰਡ ਕਰਵਾਈ। ਉਹ ਸਟੇਟਮੈਂਟ ਹੁਣ ਜੋ ਵੀ ਹੈ ਉਹਨਾਂ ਨੇ ਮੀਡੀਆ ਦੇ ਵਿੱਚ ਐਡਰੈਸ ਕਰਕੇ ਵੀ ਉਹ ਚੀਜ਼ਾਂ ਦੱਸੀਆਂ ਕਿ ਮੈਂ ਅੱਜ ਉਸ ਫਰੰਟ ਆਪਣਾ ਬਿਆਨ ਕਰ ਰਹੀ ਹਾਂ। ਉਹਨਾਂ ਤੋਂ ਇਲਾਵਾ ਹੋਰ ਵੀ ਇਸ ਕੇਸ ਦੇ ਵਿੱਚ ਵਿਟਨੈਸਸ ਅੱਗੇ ਆਉਣਗੇ, ਉਹਨਾਂ ਦੀਆਂ ਸਟੇਟਮੈਂਟ ਰਿਕਾਰਡ ਹੋਣਗੀਆਂ। ਹੁਣ ਉਹ ਡਿਪੈਂਡ ਕਰਦਾ ਕਿ ਜਦੋਂ ਇਨਵੈਸਟੀਗੇਸ਼ਨ ਚੱਲਦੀ। ਪ੍ਰਦੀਪ ਜੀ ਇੱਕ ਗੱਲ ਦੱਸਿਓ ਮੈਨੂੰ, ਇਹ ਹੁਣ ਕੇਸ ਕਿਸ ਤਰ੍ਹਾਂ ਚੱਲੇਗਾ? ਕਿਸ ਤਰ੍ਹਾਂ ਦੀ ਸੁਣਵਾਈ ਹੋਏਗੀ ਅੱਗੇ? ਕਿਸ ਤਰ੍ਹਾਂ ਕੇਸ ਚੱਲੇਗਾ? ਪਰਿਵਾਰ ਨੂੰ ਕੋਈ ਇਨਸਾਫ ਦੀ ਉਮੀਦ ਹੈ? 29 ਸਾਲ ਤਾਂ ਪਹਿਲੀ ਬੀਤ ਚੁੱਕੇ ਨੇ। ਦੇਖੋ ਇਨਸਾਫ ਦੀ ਉਮੀਦ ਤਾਂ ਹਮੇਸ਼ਾ ਰੱਖਣੀ ਪੈਂਦੀ ਹੈ। ਰੱਬ ਦੇ ਆਸਰੇ ਅਸੀਂ ਜਿਉਂਦੇ ਹਾਂ, ਰੱਬ ਦੇ ਆਸਰੇ ਅਸੀਂ ਇਨਸਾਫ ਲਈ ਲੜਦੇ ਹਾਂ ਜੀ, ਠੀਕ ਹੈ। ਉਹ ਲੜਾਈ ਤਾਂ ਅਸੀਂ ਜਾਰੀ ਰੱਖਣੀ ਹੈ। ਤੁਹਾਡੇ ਦਰਸ਼ਕਾਂ ਨੂੰ ਇੱਕ ਗੱਲ ਕਹਿ ਦਿਆਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਦੇ ਸ਼ਿਵਾ ਵਰ ਮੋਹੇ ਹੈ ਸ਼ੁਭ ਕਰਮਨ ਤੇ ਕਬੂਲ ਟਰੋਂ ਸੋ ਜਬ ਜਾਏ ਲਰੋਂ ਨਿਸ਼ਚੈ ਕਰ। ਅਸੀਂ ਤਾਂ ਜਿੱਤ ਲਈ ਲੜਨਾ ਹੈ ਕਿਉਂਕਿ ਇਨਸਾਫ ਦੀ ਹੈ। ਇਹ ਜਿੱਤ ਉਹਨਾਂ ਲੋਕਾਂ ਦੀ ਅਰਦਾਸ ਦੀ ਹੋਊਗੀ ਜਿਨ੍ਹਾਂ ਨੇ ਸੁਮੇਧ ਸੈਣੀ ਦੇ ਹੱਥੋਂ ਆਪਣੇ ਟੱਬਰ ਦਾ ਨੁਕਸਾਨ ਕਰਵਾਇਆ ਹੈ, ਝੂਠੇ ਕੇਸ ਫੇਸ ਕੀਤੇ ਹੈ। ਮੈਨੂੰ ਬਹੁਤ ਲੋਕਾਂ ਦੇ ਫੋਨ ਆਏ ਅਨਨੋਨ ਨੰਬਰਸ ਤੋਂ ਜਿਨ੍ਹਾਂ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਕੋਈ ਵਕੀਲ ਖੜਾ ਹੋ ਕੇ ਇਨਸਾਫ ਲਈ ਲੜ ਰਿਹਾ ਹੈ, ਇੱਕ ਇਹੋ ਜਿਹੀ ਫੈਮਿਲੀ ਲਈ ਔਰ ਮਦਦ ਕਰ ਰਿਹਾ। ਤੇ
ਸਾਡੇ ਨਾਲ ਵੀ ਬੜੀ ਤਸ਼ੱਦਦ ਹੋਈ ਹੈ, ਸਾਡੇ ਨਾਲ ਵੀ ਆ ਹੋਇਆ। ਮੈਂ ਉਹਨਾਂ ਨੂੰ ਕਿਹਾ ਕਿ ਅੱਗੇ ਆਓ, ਕਹਿੰਦੇ ਵੀ ਅਸੀਂ ਡਰਦੇ ਅੱਗੇ ਨਹੀਂ ਆ ਸਕਦੇ। ਬਹੁਤ ਲੋਕਾਂ ਨੇ ਆ ਗੱਲ ਆਖੀ, ਪਰ ਉਹਨਾਂ ਨੇ ਇਹ ਕਿਹਾ ਜੀ ਅਸੀਂ ਅਰਦਾਸ ਕਰ ਰਹੇ ਹਾਂ, ਅਸੀਂ ਬੇਨਤੀ ਕਰਦੇ ਹਾਂ। ਮੈਂ ਅੱਜ ਵੀ ਉਹ ਕਹਿ ਰਿਹਾ ਕਿ ਅਰਦਾਸ ਉਹਨਾਂ ਦੀ ਰੰਗ ਲਿਆਊਗੀ, ਇਨਸਾਫ ਦੀ ਜਿੱਤ ਹੋਊਗੀ, ਔਰ ਮੈਨੂੰ ਇਸ ਚੀਜ਼ ਦੇ ਵਿੱਚ ਕੋਈ ਡਾਊਟ ਨਹੀਂ। ਜੀ ਪ੍ਰਦੀਪ ਜੀ, ਮੈਨੂੰ ਇੱਕ ਗੱਲ ਦੱਸੋ ਵੀ ਕੇਸ ਚੱਲੇਗਾ ਕਿਵੇਂ? ਮਾੜਾ ਜਿਹਾ ਕਲੀਅਰ ਚ ਥੋੜਾ ਜਿਹਾ ਕੱਟ ਦੱਸ ਸਕੋ, ਕਿਸ ਤਰ੍ਹਾਂ ਚੱਲੇਗਾ ਹੁਣ ਕੇਸ ਅੱਗੇ? ਇਨਵੈਸਟੀਗੇਸ਼ਨ ਅਜੇ ਹੋਊਗੀ, ਪੁਰਾਣੇ ਜਿਵੇਂ ਸੀਬੀਆਈ ਦੀ ਇਨਵੈਸਟੀਗੇਸ਼ਨ ਸੈਟੀਸਫਾਈਡ ਨਹੀਂ ਹੋਊਗੀ, ਉਹਦੀ ਕੇਸ ਫਾਈਲ ਕਾਲ ਕਰਨਗੇ, ਜੋ ਪ੍ਰੋਸੀਜਰ ਹੁੰਦਾ ਹੈ ਮੈਂ ਤੁਹਾਨੂੰ ਐਸ ਪਰ ਲਾਅ ਦੱਸ ਰਿਹਾ। ਫਿਰ ਉਹ ਜਿਹੜੇ ਗਵਾਹ ਹੋਣਗੇ ਇਹਨਾਂ ਦੇ, ਉਹਨਾਂ ਦੀਆਂ ਸਟੇਟਮੈਂਟਸ ਰਿਕਾਰਡ ਹੋਣਗੀਆਂ, ਉਹ ਗਵਾਹਾਂ ਤੋਂ ਜੋ ਡਿਟੇਲਸ ਆਉਣਗੀਆਂ ਉਹਨਾਂ ਦੀਆਂ ਅੱਗੇ ਸਟੇਟਮੈਂਟਸ ਰਿਕਾਰਡ ਹੋਣਗੀਆਂ, ਬੰਦਿਆਂ ਦੀਆਂ ਐਵੀਡੈਂਸ ਕਲੈਕਟ ਕਰਨ ਦੀ ਕੋਸ਼ਿਸ਼ ਹੋਊਗੀ, ਥਾਣਿਆਂ 'ਚੋਂ ਉਸ ਵੇਲੇ ਦਾ ਰਿਕਾਰਡ ਲਿਆ ਜਾਊਗਾ, ਫਿਰ ਇਨਵੈਸਟੀਗੇਸ਼ਨ ਚੱਲੂਗੀ। ਉਸ ਤੋਂ ਬਾਅਦ ਇਨਵੈਸਟੀਗੇਸ਼ਨ ਤੋਂ ਬਾਅਦ ਜੋ ਐਵੀਡੈਂਸ ਕਲੈਕਟ ਹੋਊਗੀ ਉਹਦੇ ਬੇਸਿਸ ਤੇ ਚਲਾਨ ਬਣ ਕੇ ਹੋਊਗਾ। ਆਹ ਪ੍ਰੋਸੀਜਰ ਹੈ ਜੀ। ਕਿੰਨਾ ਕੁ ਤੁਹਾਨੂੰ ਲੱਗਦਾ ਵੀ ਕਿੰਨਾ ਕੁ ਸਮਾਂ ਲੱਗ ਸਕਦਾ ਕੇਸ ਨੂੰ ਫਾਈਨਲ ਤੱਕ ਪਹੁੰਚਣ ਲਈ? ਕਿੰਨਾ ਕੁ ਤੁਹਾਡੇ ਫਿਰ ਵੀ ਤਜਰਬਾ ਤੁਹਾਡਾ ਕੋਈ? ਉਹ ਚੀਜ਼ ਹੁਣ ਡਿਪੈਂਡ ਕਰਦਾ ਹੈ ਕਿ ਸਰਕਾਰ ਦੀ ਇਨਵੈਸਟੀਗੇਟਿਵ ਏਜੰਸੀ ਕਿੰਨਾ ਟਾਈਮ ਲੈਂਦੀ ਹੈ। ਉਹਦੇ 'ਚ ਅਸੀਂ ਮਤਲਬ ਮੇਰੇ ਵੱਲੋਂ ਕੋਈ ਕੁਝ ਨਹੀਂ ਕਿਹਾ ਜਾ ਸਕਦਾ, ਉਹ ਤਾਂ ਸਰਕਾਰ ਤੇ ਡਿਪੈਂਡ ਕਰਦਾ ਹੈ ਕਿੰਨਾ ਟਾਈਮ। ਜੀ ਪ੍ਰਦੀਪ ਜੀ, ਇੱਕ ਗੱਲ ਦੱਸੋ ਪਹਿਲਾਂ, ਜਿਹੜਾ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦਾ ਪਰਿਵਾਰ ਸੀ, ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਦਾ ਵੀ ਹੈਗਾ ਵਿੱਚ ਕੇਸ ਚੱਲਦਾ ਸੀ, ਕੋਈ ਉਹਨਾਂ ਵੱਲੋਂ ਵੀ ਕੋਈ ਤੁਹਾਡੇ ਤੱਕ ਪਹੁੰਚ ਕੀਤੀ ਗਈ ਹੈ ਜਾਂ ਉਹਨਾਂ ਦਾ ਕੇਸ ਕਿੱਥੇ ਆ? ਅਜੇ ਤੱਕ ਉਹਨਾਂ ਵੱਲੋਂ ਕੋਈ ਨਹੀਂ ਆਇਆ। ਔਰ ਇਹੀ ਚੀਜ਼ ਅਸੀਂ ਆਨਰੇਬਲ ਕੋਰਟ ਨੂੰ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸੈਣੀ ਇੰਨੀ ਦਹਿਸ਼ਤ ਕ੍ਰੀਏਟ ਕਰਕੇ ਰੱਖਦਾ ਹੈ ਕਿ ਅਜੇ ਵੀ ਮੁਲਤਾਨੀ ਫੈਮਿਲੀ ਵੱਲੋਂ ਹੀ ਕੋਈ ਅੱਗੇ ਆ ਕੇ ਕੰਪਲੇਂਟ ਦਿੱਤੀ ਹੈ ਬ੍ਰਦਰ ਨੇ ਇਸ ਚੀਜ਼ ਤੇ। ਦਵਿੰਦਰਪਾਲ ਭੁੱਲਰ ਦੀ ਫੈਮਿਲੀ ਵੱਲੋਂ ਕੋਈ ਅੱਗੇ ਨਹੀਂ ਆਇਆ, ਜਿਹਦੇ ਕਰਕੇ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਚਲਾਉਣਾ ਜਾਂ ਸੁਮੇਧ ਸਿੰਘ ਸੈਣੀ ਦੀ ਕਸਟੋਡੀਅਲ ਇੰਟਰੋਗੇਸ਼ਨ ਸਾਡੀ ਪੁਲਿਸ ਹੀ ਤਾਂ ਜ਼ਰੂਰੀ ਹੈ ਕਿ ਇਹਦੇ ਤੋਂ ਸੱਚਾਈ ਡਿਗ ਆਊਟ ਕੀਤੀ ਜਾ ਸਕੇ। ਨਹੀਂ ਤਾਂ ਇੰਨੀ ਪੁਰਾਣੀ ਐਵੀਡੈਂਸ ਇਕੱਠੀ ਕਰਨ ਨੂੰ ਬਹੁਤ ਟਾਈਮ ਲੱਗਦਾ ਔਰ ਦੱਬੀ ਰਹਿ ਜਾਂਦਾ। ਔਰ ਆਨਰੇਬਲ ਕੋਰਟ ਨੇ ਸ਼ਾਇਦ ਸਾਡੀ ਗੱਲ ਨਹੀਂ ਸੁਣੀ ਹੁਣ, ਜਿਹਦੇ ਕਰਕੇ ਐਂਟੀਸਿਪੇਟਰੀ ਬੇਲ ਅਲਾਉ ਕੀਤੀ ਗਈ। ਜੀ ਪ੍ਰਦੀਪ ਜੀ, ਇੱਕ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਵੀ ਤੁਸੀਂ ਕੇਸ ਲੜ ਰਹੇ ਹੋ ਡੀਜੀਪੀ ਦੇ ਖਿਲਾਫ, ਕੋਈ ਫੋਨ ਵਗੈਰਾ ਤਾਂ ਨਹੀਂ ਆ ਰਹੇ, ਧਮਕੀਆਂ ਭਰੇ ਫੋਨ ਕੋਈ? ਕਿਉਂਕਿ ਜਦੋਂ ਕਿਸੇ ਪਾਵਰਫੁੱਲ ਅਫਸਰ ਦੇ ਖਿਲਾਫ ਕੇਸ ਲੜਨਾ ਹੋਵੇ, ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲਾਂ ਅਜਿਹੀਆਂ ਸਾਹਮਣੇ ਜ਼ਰੂਰ ਆਉਂਦੀਆਂ, ਕੋਈ ਅਜਿਹੀ ਗੱਲਬਾਤ ਤਾਂ ਨਹੀਂ ਕੋਈ? ਦੇਖੋ, ਵਿਟਨੈਸ ਨੂੰ ਧਮਕਾਉਣਾ ਤੇ ਐਵੀਡੈਂਸ ਨਾਲ ਟੈਂਪਰ ਕਰਨਾ, ਇਹ ਤਾਂ ਸੁਮੇਧ ਸੈਣੀ ਦੇ ਖਿਲਾਫ ਜਿਹੜਾ ਦਿੱਲੀ ਕੇਸ ਚੱਲ ਰਿਹਾ ਉੱਥੇ ਵੀ ਰਿਕਾਰਡ ਤੇ ਹੈ ਜੀ। ਇੱਥੇ ਤੱਕ ਕਿ ਉਸ ਕੇਸ ਦੇ ਵਿੱਚ ਇਹਨੇ ਸੀਬੀਆਈ ਦਾ ਜਿਹੜਾ ਇਨਵੈਸਟੀਗੇਟਿੰਗ ਆਫਿਸਰ ਹੈ ਰਿਟਾਇਰਮੈਂਟ ਤੋਂ ਬਾਅਦ, ਉਹ ਵੀ ਹੋਸਟਾਈਲ ਹੋ ਗਿਆ ਉਸ ਕੇਸ, ਉਹਨੂੰ ਹੋਸਟਾਈਲ ਡਿਕਲੇਅਰ ਕੀਤਾ ਗਿਆ। ਸੋ ਇਨਫਲੂਐਂਸ ਤਾਂ ਕਿਤੇ ਨਾ ਕਿਤੇ ਇਹਨੇ ਇੰਨਾ ਚਲਾਉਂਦਾ ਸੀ। ਰਹੀ ਗੱਲ ਮੈਨੂੰ ਧਮਕਾਉਣ ਦੀ, ਦੇਖੋ ਮੈਂ ਰੱਬ ਤੋਂ ਡਰਨ ਵਾਲਾ ਬੰਦਾ। ਗੁਰਬਾਣੀ 'ਚ ਲਿਖਿਆ ਹੈ, ਗਗਨ ਦਮਾਵਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇ ਜੋ ਮਾਂਡਿਓ ਸੂਰਮਾ ਪੂਜਨ ਕੋ ਦਾਓ। ਮੈਂ ਗੁਰਬਾਣੀ 'ਚ ਵਿਸ਼ਵਾਸ ਰੱਖਣ ਵਾਲਾ ਬੰਦਾ, ਰੱਬ ਦੇ ਰਾਹ ਤੇ ਚੱਲਣ ਵਾਲਾ ਬੰਦਾ, ਮੈਨੂੰ ਨਾ ਧਮਕੀ ਦੇ ਸਕਦਾ ਕੋਈ, ਦੇਵੇ ਤਾਂ ਮੈਂ ਡਰਦਾ ਨਹੀਂ, ਮੈਂ ਪੰਗਾ ਲੈਣਾ। ਆਪਾਂ ਮੈਦਾਨੇ ਜੰਗ 'ਚ ਉਤਰ ਗਏ ਫਿਰ ਤਾਂ ਜਿੱਤ ਕੇ ਮੁੜੀਦਾ। ਸ਼ਹਾਦਤ ਇਨਸੀਡੈਂਟਲ ਹੈ। ਇਹੋ ਜਿਹਾ ਜਨਾ ਦਮ ਨਹੀਂ ਕਿ ਮੈਨੂੰ ਧਮਕਾ ਲੈਣ ਤੇ ਮੈਂ ਡਰ ਕੇ ਪਿੱਛੇ। ਮੈਂ ਗੁਰੂ ਸਾਹਿਬ ਦੇ ਰਾਹ ਤੇ ਜੀ। ਪ੍ਰਦੀਪ ਜੀ, ਹੁਣ ਕੇਸ ਦੀ ਅਗਲੀ ਤਰੀਕ ਕਦੋਂ ਆ ਇਹਦੀ ਮਾਮਲੇ ਦੀ? ਹੁਣ ਇਹ ਤਰੀਕ ਤਾਂ ਅਜੇ ਨਹੀਂ ਪਊਗੀ ਜੀ, ਐਂਟੀਸਿਪੇਟਰੀ ਬੇਲ ਡਿਸਾਈਡ ਹੋਗੀ। ਹੁਣ ਤਾਂ ਇਨਵੈਸਟੀਗੇਸ਼ਨ ਚੱਲੂਗੀ, ਇਨਵੈਸਟੀਗੇਸ਼ਨ ਤੋਂ ਬਾਅਦ ਜਦੋਂ ਚਲਾਨ ਆਊਗਾ, ਹੋਰ ਅਕਿਊਜ਼ ਫੜੇ ਜਾਣਗੇ, ਉਦੋਂ ਚੀਜ਼ਾਂ ਹੋਣਗੀਆਂ। ਅਜੇ ਤਾਂ ਐਂਟੀਸਿਪੇਟਰੀ ਬੇਲ ਦੀ ਐਪਲੀਕੇਸ਼ਨ ਸੀ, ਉਹ ਅਲਾਉ ਹੋਗੀ। ਹੁਣ ਜੀ ਬਸ ਇੰਨਾ ਹੀ ਹੋਇਆ ਅਜੇ ਤੱਕ ਤਾਂ। ਜੀ, ਜਿਹੜੇ ਮਹਿਲਾ ਵਕੀਲ ਵੱਲੋਂ ਅੱਜ ਜੀਕੇ ਮਾਨ ਵੱਲੋਂ ਜਿਹੜੇ ਬਿਆਨ ਦਰਜ ਕਰਵਾਏ ਗਏ ਨੇ, ਉਹਨਾਂ ਨੇ ਆਪਣੇ ਬਿਆਨਾਂ 'ਚ ਕੀ ਕਿਹਾ? ਉਹ ਕਿਸ ਸਮੇਂ ਉਹਨਾਂ ਨੇ ਕੀ ਦੇਖਿਆ? ਆਪਣੇ ਅੱਖੀ ਦੱਖਾ ਹਾਲਤਾਂ ਨੂੰ ਵੀ ਦੱਸਿਆ ਹੋਣਾ ਕੁਝ ਉਹਨਾਂ ਨੇ? ਦੇਖੋ, 164 ਦੇ ਬਿਆਨ 'ਚ ਕੀ ਦੱਸਿਆ ਉਹ ਤਾਂ ਡਿਟੇਲ ਸਾਨੂੰ ਨਹੀਂ ਪਤਾ ਹੁੰਦੀ, ਕਿਸੇ ਨੂੰ ਵੀ ਨਹੀਂ ਪਤਾ ਹੁੰਦੀ, ਬਿਕੋਜ਼ ਜੱਜ ਸਾਹਿਬ ਨੂੰ ਇਕੱਲੇ ਜਾ ਕੇ ਲਿਖਿਆ। ਪਰ ਜੋ ਉਹਨਾਂ ਨੇ ਸੈਟਰਡੇ ਕੋਰਟ ਦੇ ਵਿੱਚ ਗੱਲਾਂ ਦੱਸੀਆਂ ਸੀ, ਉਹਦੇ 'ਚ ਉਹਨਾਂ ਨੇ ਇਹ ਦੱਸਿਆ ਸੀ ਕਿਸ ਤਰ੍ਹਾਂ ਇਹ ਜਿਹੜੇ ਬੰਦੇ ਗਾਇਬ ਹੋਏ ਆ ਉਹਨਾਂ ਨੂੰ ਬੇਸਿਕਲੀ ਟੌਰਚਰ ਕੀਤਾ ਗਿਆ ਸੀ, ਕਿਸ ਪਿਟੀਏਬਲ ਕੰਡੀਸ਼ਨ ਦੇ ਵਿੱਚ ਉਹ ਪਈ ਸੀ, ਉਹਨਾਂ ਦੇ ਕਿੰਨੀਆਂ ਇੰਜਰੀਜ਼ ਹੋਈਆਂ ਸੀ, ਉਹਨਾਂ ਤੋਂ ਫੜਿਆ ਨਹੀਂ ਜਾ ਰਿਹਾ ਸੀ। ਪਰ ਤਾਂ ਵੀ ਸੈਣੀ ਨੇ ਆ ਕੇ ਸੈਣੀ ਦੇ ਆਰਡਰਸ ਤੇ ਉਹਦੀ ਪ੍ਰੈਜ਼ੈਂਸ ਦੇ ਵਿੱਚ ਵੀ ਟੌਰਚਰ ਕੀਤਾ ਗਿਆ, ਔਰ ਕਿਸ ਤਰ੍ਹਾਂ ਸੈਣੀ ਨੇ ਆ ਕੇ ਠੁੱਡਾਂ ਮਾਰੀਆਂ। ਫਿਰ ਬਾਅਦ ਦੇ ਵਿੱਚ ਇਹ ਵੀ ਸੈਣੀ ਨੇ ਕਿਸੇ ਸਟੇਜ ਤੇ ਮਿਸਟਰ ਜੀਕੇ ਮਾਨ ਦੇ ਸਾਹਮਣੇ ਕਿਹਾ ਕਿ ਵੀ ਮੈਂ ਉਹਨਾਂ ਨੂੰ ਮਾਰਤਾ ਹੈ ਤੇ ਤੁਸੀਂ ਕੀ ਸੋਚਦੇ ਹੋ, ਮੇਰੇ ਸਾਹਮਣੇ ਖੜ ਜਾਓਗੇ? ਉਹੋ ਜਿਹੀਆਂ ਮਤਲਬ ਗੱਲਾਂ ਆਖੀਆਂ। ਮੈਂ ਐਗਜ਼ੈਕਟਲੀ ਵਰਬੈਟਮ ਨਹੀਂ ਕਹਿ ਰਿਹਾ, ਜਿਹੋ ਜਿਹੀਆਂ ਇਹਨਾਂ ਨੇ ਸੈਟਰਡੇ ਕੋਰਟ ਦੇ ਵਿੱਚ ਦੱਸੀਆਂ ਉਹ ਇਹ ਚੀਜ਼ਾਂ ਸੀਗੀਆਂ। ਮਤਲਬ ਸ਼ੀ ਇਜ਼ ਐਨ ਆਈ ਵਿਟਨੈਸ ਟੂ ਦਾ ਫੈਕਟ ਕਿ ਕਸਟੋਡੀਅਲ ਟੌਰਚਰ ਹੋਇਆ ਇਹਨਾਂ ਦਾ, ਔਰ ਸੈਣੀ ਨੇ ਇਹਨਾਂ ਸਾਹਮਣੇ ਐਡਮਿਟ ਕੀਤਾ ਹੈ ਕਿ ਇਹਨੇ ਉਹ ਬੰਦੇ ਮਰਵਾਏ। ਤੇ ਦੋਵੇਂ ਚੀਜ਼ਾਂ ਇਸ ਕੇਸ ਦੇ ਵਿੱਚ ਉਹਨਾਂ ਨੇ ਪਰਸੋਂ ਕੋਰਟ ਦੇ ਵਿੱਚ ਦੱਸੀਆਂ ਸੀ।
ਜੀ ਓਪਨ ਕੋਰਟ ਮਾਮਲੇ ਤੁਸੀਂ ਕੋਈ ਪੋਲੀਟੀਕਲ ਦਬਾਅ ਵੀ ਮੰਨਦੇ ਹੋ, ਕੋਈ ਪੋਲੀਟੀਕਲ ਦਬਾਅ ਹੈਗਾ ਮਾਮਲੇ ਦੇ ਵਿੱਚ ਕੋਈ ਨਾ ਕੋਈ? ਦੇਖੋ ਜੱਜਸ ਦੇ ਉੱਤੇ ਤਾਂ ਪੋਲੀਟੀਕਲ ਦਬਾਅ ਕੀ ਹੋਣਾ ਹੈ, ਪਰ ਇਸ ਕੇਸ ਦੇ ਵਿੱਚ ਜਿਹੜਾ ਪੋਲੀਟੀਕਲ ਦਬਾਅ ਹੈ ਉਹ ਕਿਸੇ ਵੀ ਨਹੀਂ ਹੈ। ਜੱਜ ਸਾਹਿਬ ਨੇ ਕਿਉਂ ਦਿੱਤਾ ਉਹ ਰੀਜ਼ਨ ਤਾਂ ਮੈਨੂੰ ਪਤਾ ਨਹੀਂ, ਪਰ ਸਟੇਟ ਨੇ ਹੁਣ ਕਿਉਂ ਪਰਚਾ ਦਿੱਤਾ ਹੈ ਉਹ ਸਾਡੀ ਕੰਪਲੇਂਟ ਸੀ ਤਾਂ ਦਿੱਤਾ ਹੈ। ਸਰ ਕੋਰਟ ਨੇ ਵਿੱਚ ਅੱਜ ਇਹੀ ਆਰਗੂਮੈਂਟ ਸੀ ਕਿ ਜੀ ਵਾਰੀ-ਵਾਰੀ ਇਹ ਸੁਮੇਧ ਸੈਣੀ ਨੂੰ ਇੰਪਲੀਕੇਟ ਕਰਨ ਦੀ ਕੋਸ਼ਿਸ਼ ਕਰੇ, ਜੋ ਐਬਸੋਲੂਟਲੀ ਰੋਂਗ। ਜੇ ਸਰਕਾਰ ਨੇ ਆ ਪਰਚਾ ਦੇਣਾ ਹੁੰਦਾ, ਕੋਈ ਚੀਜ਼ ਕਰਨੀ ਹੁੰਦੀ ਤੇ ਬਹੁਤ ਪਹਿਲਾਂ ਕਰ ਲੈਂਦੇ। 3 ਸਾਲ ਹੋ ਗਏ ਸਰਕਾਰ ਬਣੇ, ਅਜੇ ਤੱਕ ਫੈਸਲੇ ਤੋਂ ਬਾਅਦ ਵੇਟ ਕਰ ਰਹੇ ਸੀ ਕਿ ਸੁਮੇਧ ਸਿੰਘ ਸੈਣੀ ਪਾਵਰ ਚ ਬਾਹਰ ਜਾਏ ਤਾਂ ਅਸੀਂ ਕੰਪਲੇਂਟ ਦਈਏ ਔਰ ਕੋਰਟ ਉਸ ਚੀਜ਼ ਨੂੰ ਸ਼ੁਰੂ ਕਰ, ਕੋਰਟ ਦੇ ਵਿੱਚ ਚੀਜ਼ ਸ਼ੁਰੂ ਹੋਵੇ, ਸਾਨੂੰ ਇਨਸਾਫ ਮਿਲੇ। ਹੁਣ ਅਸੀਂ ਕੰਪਲੇਂਟ ਦਿੱਤੀ, ਰੱਬ ਦੀ ਮਿਹਰ ਰਹੀ, ਸਰਕਾਰ ਨੇ ਪਰਚਾ ਦਿੱਤਾ। ਹੁਣ ਸੁਮੇਧ ਸੈਣੀ ਨੇ ਆਪਣੇ ਬਚਾਅ ਲਈ ਪੋਲੀਟੀਕਲ ਵੈਂਡੇਟਾ ਦੀ ਪਲੀ ਲਈ ਹੈ। ਸੋ ਦੇਖਦੇ ਹਾਂ ਅੱਗੇ ਕੀ ਗਰਾਊਂਡ ਹੈ, ਕੀ ਆਰਡਰਸ ਦੇ ਵਿੱਚ ਆਨਰੇਬਲ ਕੋਰਟ ਨੇ ਕੀ ਰੀਜ਼ਨ ਦਿੱਤਾ ਇਹਨੂੰ ਐਂਟੀਸਪੇਟਰੀ ਦੇਣ ਦਾ। ਸਾਡਾ ਕੋਰਟ ਦੇ ਵਿੱਚ ਪੂਰਾ ਫੇਥ ਹੈ, ਉਹ ਹੋਇਆ ਹੈ। ਲੈਟਸ ਸੀ ਅੱਗੇ ਜੇ ਇਨਵੈਸਟੀਗੇਸ਼ਨ ਛੋੜ ਕੀ ਐਵੀਡੈਂਸ ਆਉਂਦਾ ਹੈ, ਉਹ ਐਵੀਡੈਂਸ ਦੇ ਬੇਸਿਸ ਤੇ ਕੀ ਲਾਈਨ ਆਫ ਐਕਸ਼ਨ ਅਸੀਂ ਪਲਾਨ ਕਰਾਂਗੇ। ਡੀਜੀਪੀ ਸੈਣੀ ਨੂੰ, ਜੋ ਸਾਬਕਾ ਡੀਜੀਪੀ ਨੇ ਜ਼ਮਾਨਤ ਮਿਲਣ ਤੋਂ ਬਾਅਦ, ਜੋ ਬਲਵੰਤ ਸਿੰਘ ਮਲਤਾਨੀ ਦਾ ਪਰਿਵਾਰ ਆ ਤੁਹਾਡੇ ਨਾਲ ਸੰਪਰਕ ਦੇ ਵਿੱਚ ਵੀ ਹੈ, ਉਹਨਾਂ ਨਾਲ ਕੋਈ ਗੱਲਬਾਤ ਹੋਈ ਜ਼ਮਾਨਤ ਮਿਲਣ ਤੋਂ ਬਾਅਦ? ਦੇਖੋ ਜ਼ਮਾਨਤ ਮਿਲਣ ਤੋਂ ਬਾਅਦ ਗੱਲ ਹੋਈ, ਬਟ ਠੀਕ ਹੈ, ਇੱਕ ਪ੍ਰੋਸੈਸ ਆਫ ਲਾਅ ਹੈ ਕਿ ਕੋਰਟ ਨੇ ਮਨਜ਼ੂਰ ਕੀਤਾ ਹੈ, ਸਾਨੂੰ ਕੋਰਟ ਦਾ ਡਿਸੀਜਨ ਆਨਰ ਕਰਨਾ ਹੈ। ਐਂਡ ਠੀਕ ਹੈ, ਹੁਣ ਇਨਵੈਸਟੀਗੇਟਿਵ ਏਜੰਸੀ ਕੀ ਇਨਵੈਸਟੀਗੇਸ਼ਨ ਚ ਹੁੰਦੀ ਹੈ, ਵੀ ਹੈਵ ਟੂ ਬੀ ਡਿਪੈਂਡੈਂਟ ਔਨ ਦੈਟ। ਦੇਖਦੇ ਹਾਂ ਅੱਗੇ ਕੀ ਲਾਈਨ ਆਫ ਐਕਸ਼ਨ ਉਹਨਾਂ ਨਾਲ ਡਿਸਾਈਡ ਹੁੰਦਾ ਹੈ, ਕੀ ਫਾਈਨਲ ਹੁੰਦਾ ਹੈ, ਉਹ ਆਰਡਰ ਦੇਖ ਕੇ ਅਸੀਂ ਪਲਾਨ ਕਰਾਂਗੇ। ਮੈਂ ਹੁਣ ਉਸ ਚੀਜ਼ ਬਾਰੇ ਕੁਝ ਕਮੈਂਟ ਨਹੀਂ ਕਰ ਸਕਦਾ। ਜੀ ਪ੍ਰਦੀਪ ਜੀ, ਕਿ ਗੁਰਨਾਮ ਸਿੰਘ ਬੰਡਾਲਾ ਦਾ ਵੀ ਕੇਸ ਤੁਸੀਂ ਨੇ ਚੁੱਕਿਆ ਹੈ, ਉਸ ਸੰਬੰਧ ਵਿੱਚ ਥੋੜੀ ਡਿਟੇਲ 'ਚ ਦੱਸ ਸਕਦੇ ਹੋ ਜੇਕਰ, ਤੇ ਉਸ ਤੋਂ ਇਲਾਵਾ ਕੋਈ ਹੋਰ ਵੀ ਤੁਸੀਂ ਆਉਣ ਵਾਲੇ ਦਿਨਾਂ 'ਚ ਵੀ ਕੇਸ ਕੱਢ ਸਕਦੇ ਹੋ ਬਾਹਰ? ਦੇਖੋ ਗੁਰਨਾਮ ਸਿੰਘ ਬੰਡਾਲਾ ਦਾ ਜਿਹੜਾ ਕੇਸ ਹੈ, ਉਹ ਕੇਸ ਦੇ ਵਿੱਚ ਇਹ ਹੋਇਆ ਸੀ ਕਿ ਸੁਖਪਾਲ ਸਿੰਘ ਨਾਂ ਦੇ ਇੱਕ ਬੰਦੇ ਦੀ ਫੈਮਿਲੀ ਨੇ ਕਲੇਮ ਕੀਤਾ ਸੀ ਕਿ ਸੁਖਪਾਲ ਸਿੰਘ ਨੂੰ ਗੁਰਨਾਮ ਸਿੰਘ ਬੰਡਾਲਾ ਦੀ ਜਗ੍ਹਾ ਮਾਰ ਦਿੱਤਾ ਗਿਆ, ਔਰ ਗੁਰਨਾਮ ਸਿੰਘ ਬੰਡਾਲਾ ਜਿਹਨੂੰ ਐਲਿਜਡਲੀ 94 ਦੇ ਵਿੱਚ ਮਾਰਿਆ ਗਿਆ ਹੈ, ਉਹ ਜਿਉਂਦਾ ਨਿਕਲਿਆ ਹੈ 4 ਸਾਲਾਂ ਬਾਅਦ। ਹੁਣ ਐਵੀਡੈਂਟਲੀ ਬੰਡਾਲਾ ਜਿਉਂਦਾ ਹੈ ਔਰ ਬੰਡਾਲੇ ਨੂੰ ਇੰਨਾ ਵੱਡਾ ਟੈਰਰਿਸਟ ਆਖਿਆ ਜਾ ਰਿਹਾ ਹੈ, ਉਸ ਚੀਜ਼ ਨੂੰ ਦੱਬਿਆ ਗਿਆ ਡਿਸਪਾਈਟ ਦਾ ਫੈਕਟ ਕਿ ਪਤਾ ਲੱਗ ਗਿਆ ਸੀ ਕਿ ਸੋ ਕਿਹਨੂੰ ਮਾਰਿਆ ਗਿਆ, ਉਹ ਆਇਡੈਂਟੀਟੀ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ। ਔਰ ਜਿਹੜੇ ਬੰਦੇ ਉਹਦੇ ਵਿੱਚ ਇਨਵੋਲਵਡ ਸੀ ਗੁਰਨਾਮ ਸਿੰਘ ਬੰਡਾਲਾ ਨੂੰ ਮਾਰਨ ਲਈ, ਜਿਹੜੇ ਐਨਕਾਊਂਟਰ ਦੇ ਵਿੱਚ ਆਫੀਸਰਸ ਇਨਵੋਲਵਡ ਸੀ, ਪਰਮਰਾਜ ਉਮਰਾ ਨੰਗਲ ਤੇ ਜਸਪਾਲ ਸਿੰਘ, ਇਹ 2 ਮੇਨ ਸੀ। ਜਸਪਾਲ ਸਿੰਘ ਦੇ ਖਿਲਾਫ 95 ਚ ਇੱਕ ਹੋਰ ਕੇਸ ਹੋਇਆ ਫॉर ਅ ਫੇਕ ਐਨਕਾਊਂਟਰ, ਜਿਹਦੇ ਵਿੱਚ ਮਿਸਟਰ ਖਾਲਰਾ ਇੱਕ ਹਿਊਮਨ ਰਾਈਟਸ ਐਕਟਿਵਿਸਟ ਸੀ, ਉਹਨਾਂ ਨੂੰ ਐਲੀਮੀਨੇਟ ਕਰਨ ਦੇ ਲਈ ਸੀਬੀਆਈ ਨੂੰ ਕੇਸ ਦਿੱਤਾ ਗਿਆ ਔਰ ਲਾਈਫ ਇੰਪ੍ਰਿਜ਼ਨਮੈਂਟ ਹੋਈ। ਉਸ ਕੇਸ ਦੇ ਵਿੱਚ ਜਸਪਾਲ ਸਿੰਘ ਦੇ ਖਿਲਾਫ ਆਈ ਵਿਟਨੈਸ ਨੂੰ ਥ੍ਰੈਟਨ ਕਰਨ ਤੇ ਫਾਲਸ ਕੇਸ ਦੇ ਵਿੱਚ ਇੰਪਲੀਕੇਟ ਕਰਨ ਦੀ ਪਰਮਰਾਜ ਉਮਰਾ ਨੰਗਲ ਤੇ ਕੋਰਟ ਨੇ ਮੈਲੀਸ਼ੀਅਸ ਪ੍ਰੋਸੀਕਿਊਸ਼ਨ ਦੇ ਡੈਮੇਜਸ ਪਾਏ। ਸੋ ਇਹ ਸਾਰੇ ਲਿੰਕ ਤੋਂ ਕਲੀਅਰ ਹੋਇਆ ਕਿ ਉਮਰਾ ਨੰਗਲ ਵਰਗੇ ਆਫੀਸਰ ਨੇ ਇਨਕਾਊਂਟਰ ਕੀਤਾ ਬੰਡਾਲੇ ਦਾ, ਫੇਕ ਐਨਕਾਊਂਟਰ, ਔਰ ਸੁਖਪਾਲ ਸਿੰਘ ਨੂੰ ਐਲੀਮੀਨੇਟ ਕੀਤਾ। ਉਹ ਕੇਸ ਦੇ ਵਿੱਚ ਜਦੋਂ ਆਨਰੇਬਲ ਹਾਈ ਕੋਰਟ ਨੇ ਇੱਕ SIT ਬਣਾਈ, ਪਹਿਲਾਂ 3 SITs ਉਹਦੇ 'ਚ ਬਣ ਚੁੱਕੀਆਂ ਸੀ ਜਿਨ੍ਹਾਂ ਨੇ ਕੁਝ ਨਹੀਂ ਕੀਤਾ ਸੀ। ਪਹਿਲੀ ਮਿਸਟਰ ਵਿਰਦੀ ਦੀ ਸੀ, ਦੂਜੀ DID ਰੂਪਨਗਰ ਦੀ ਸੀ, ਔਰ ਤੀਜੀ ਸੁਮੇਧ ਸਿੰਘ ਸੈਣੀ ਦੇ ਅੰਡਰ ਉਹਨਾਂ ਦੀ ਸੀ, ਮਿਸਟਰ ਸਹੋਤਾ, ਜੈਸਵਾਲ ਐਂਡ ਬਲਕਾਰ ਸਿੱਧੂ। ਸੋ ਉਹਦੇ ਵਿੱਚ ਬਲਕਾਰ ਮਤਲਬ ਉਸ SIT ਨੇ ਐਗਜ਼ੋਨਰੇਟ ਕਰਤਾ ਸੀ ਪਰਮਰਾਜ ਉਮਰਾ ਨੰਗਲ ਨੂੰ। ਉਹਨਾਂ ਨੇ ਇਹ ਵੀ ਰੈਲੇਵੈਂਟ ਨਹੀਂ ਸਮਝਿਆ ਸੀ ਕਿਸੇ ਸਟੇਜ ਤੇ ਕਿ ਜਿਹੜਾ ਪਰਮਰਾਜ ਸਿੰਘ ਉਮਰਾ ਨੰਗਲ ਨੇ ਬੰਡਾਲੇ ਨੂੰ ਮਾਰਿਆ ਔਰ ਬੰਡਾਲਾ ਜਿਉਂਦਾ ਨਿਕਲਿਆ, ਉਹਦੀ ਕੋਈ ਰੈਲੇਵੈਂਸ ਹੈ। ਉਹਨਾਂ ਨੇ ਉਸ ਚੀਜ਼ ਨੂੰ ਕੋਈ ਵੇਟੇਜ ਨਹੀਂ ਦਿੱਤੀ। ਫਾਈਨਲੀ ਕੇਸ ਨੂੰ CBI ਤੋਂ ਕੋਲ ਜਾਣ, ਜੋ ਸਾਡੀ ਪ੍ਰੇਅਰ ਸੀ ਕਿ ਕੇਸ CBI ਨੂੰ ਟ੍ਰਾਂਸਫਰ ਕੀਤਾ ਜਾਵੇ, ਉਸ ਚੀਜ਼ ਨੂੰ ਰੋਕਣ ਦੇ ਲਈ ਇਹਨਾਂ ਨੇ ਇੱਕ FIR ਦਰਜ ਕਰਤੀ ਜੀ ਸੁਖਪਾਲ ਸਿੰਘ ਦੀ ਅਬਡਕਸ਼ਨ ਦਾ ਅਸੀਂ ਪਰਚਾ ਦਿੰਦੇ ਹਾਂ, ਉਹ ਪਰਚਾ ਹੀ ਛੱਡ ਕਿਉਂਕਿ ਸੁਮੇਧ ਸਿੰਘ ਸੈਣੀ ਨੇ ਪਰਮਰਾਜ ਉਮਰਾ ਨੰਗਲ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਸੋ ਫਾਈਨਲੀ ਆਨਰੇਬਲ ਹਾਈ ਕੋਰਟ ਨੇ ਫਿਰ ਇੱਕ SIT ਕੰਸਟੀਟਿਊਟ ਕੀਤੀ। ਉਸ SIT ਨੇ ਹੁਣ ਸੱਚ ਬਾਹਰ ਕੱਢਣਾ ਸ਼ੁਰੂ ਕੀਤਾ ਹੈ। ਕੁਝ ਡਾਕੂਮੈਂਟਸ ਉਹਨਾਂ ਨੇ ਕੋਰਟ ਦੇ ਵਿੱਚ ਪ੍ਰੋਡਿਊਸ ਕੀਤੇ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਸੁਖਪਾਲ ਸਿੰਘ ਦੀ ਅਬਡਕਸ਼ਨ ਐਂਡ ਬੰਡਾਲੇ ਦਾ ਫੇਕ ਐਨਕਾਊਂਟਰ ਦੇ ਆਰ ਇੰਟ੍ਰਿਕੇਟਲੀ ਲਿੰਕਡ ਵਰਡ ਉਹਨਾਂ ਨੇ ਯੂਜ਼ ਕੀਤਾ। ਸੋ ਆ ਹੈ ਉਹ ਕੇਸ ਦੇ ਫੈਕਟਸ। ਹੁਣ ਇਸ ਦੀ 2 ਜੁਲਾਈ ਡੇਟ ਹੈ, ਉਹਦੇ ਵਿੱਚ ਇਹਨਾਂ ਨੇ ਆਪਣੀ ਸੈਕਿੰਡ ਰਿਪੋਰਟ ਸਬਮਿਟ ਕਰਨੀ। ਜੀ ਪ੍ਰਦੀਪ ਜੀ, ਮੇਰੀ ਇੱਕ ਸਵਾਲ ਰਹਿ ਗਿਆ ਬਲਵੰਤ ਸਿੰਘ ਮਲਤਾਨੀ ਮਾਮਲੇ ਦੇ ਵਿੱਚ ਸਮੇਧ ਸੈਣੀ ਤੋਂ ਇਲਾਵਾ ਹੋਰ ਕਿਹੜੇ ਪੁਲਿਸ ਮੁਲਾਜ਼ਮ ਉਹਦੇ ਵਿੱਚ ਸ਼ਾਮਲ ਨੇ? ਦੇਖੋ ਇਹਦੇ ਵਿੱਚ ਬਹੁਤ ਪੁਲਿਸ ਵਾਲੇ ਇਨਵੋਲਵਡ ਹੈ, ਕਿਉਂਕਿ ਕੁਝ ਅਨਨੋਨ ਨੇ
7 ਜਣਿਆਂ ਦੇ ਇਹਨਾਂ ਨੇ ਨਾਂ ਲਿਖੇ ਹੈ, ਬਾਕੀ ਕੁਝ ਅਨਨੋਨ ਪੁਲਿਸ ਵਾਲੇ ਹੈ ਜਿਨ੍ਹਾਂ ਦੇ ਹੁਣ ਨਾਂ ਇਨਵੈਸਟੀਗੇਸ਼ਨ ਦੇ ਵਿੱਚ ਬਾਹਰ ਆਉਣਗੇ। ਬਟ ਮੇਨ ਹਰ ਚੀਜ਼ ਜੋ ਹੋਈ ਹੈ ਸੁਮੇਧ ਸਿੰਘ ਸੈਣੀ ਦੇ ਆਰਡਰਸ ਤੇ ਹੋਈ ਹੈ। ਹੁਣ ਇਹਨਾਂ ਤੋਂ ਇਹ ਵੀ ਪਤਾ ਲੱਗ ਰਿਹਾ ਕਿ ਸ਼ਾਇਦ 2 ਪੁਲਿਸ ਵਾਲਿਆਂ ਦੀ ਡੈਥ ਹੋ ਚੁੱਕੀ ਹੈ। ਉਹ ਫਰਸਟ ਡੇ ਆਰਗੂਮੈਂਟ ਵੇਲੇ ਸੁਮੇਧ ਸਿੰਘ ਸੈਣੀ ਦੇ ਲਾਇਰ ਨੇ ਕੋਰਟ ਨੂੰ ਦੱਸਿਆ ਜੀ ਇਹਨਾਂ ਦੇ 2 ਜਣਿਆਂ ਦੀ ਡੈਥ ਵੀ ਹੋ ਚੁੱਕੀ। ਸੋ ਉਹ ਹੁਣ ਕਿਹੜੇ ਆਉਂਦੇ ਉਹ ਤਫਤੀਸ਼ ਦੇ ਵਿੱਚ ਸਾਰੇ ਨਾਂ ਆਉਣਗੇ। ਇਸ ਸਟੇਜ ਤੇ ਮੈਂ ਉਹ ਪੋਜੀਸ਼ਨ 'ਚ ਨਹੀਂ ਆ ਕਿ ਮੈਂ ਸਾਰੇ ਪੁਲਿਸ ਵਾਲਿਆਂ ਦੇ ਨਾਂ ਡਿਸਕਲੋਜ਼ ਕਰ ਸਕਾਂ, ਕਿਉਂਕਿ ਮੈਨੂੰ ਆਪ ਨੂੰ ਨਹੀਂ ਪਤਾ, ਉਹ ਤਫਤੀਸ਼ ਦੇ ਵਿੱਚ ਹੁਣ ਨਿਕਲਣਗੇ। ਜਿਵੇਂ ਐਵੀਡੈਂਸ ਆਊਗੀ ਜਾਂ ਵਿਟਨੈਸ ਆਪਣੀਆਂ ਸਟੇਟਮੈਂਟਸ ਰਿਕਾਰਡ ਕਰਵਾਉਣਗੇ ਕਿ ਜੀ ਅਸੀਂ ਉੱਥੇ ਸੀ, ਸਾਡੇ ਸਾਹਮਣੇ ਫਲਾਨਾ ਡਿਊਟੀ ਤੇ ਸੀ, ਫਲਾਨੇ ਨੇ ਆਹ ਗੱਲ ਆਖੀ, ਫਲਾਨੇ ਨੇ ਆਈ, ਜਿਹਦੇ ਹੁਣ ਨਿਕਲਣਗੀਆਂ ਇਨਵੈਸਟੀਗੇਸ਼ਨ। ਜੀ ਪ੍ਰਦੀਪ ਜੀ, ਇੱਕ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਵੀ ਤੁਸੀਂ ਵੀ ਸਾਬਕਾ ਡੀਜੀਪੀ ਐਸਐਸ ਵਿਰਕ ਦੇ ਪੁੱਤਰ ਹੋ, ਵੀ ਖੁੰਦਕ ਦੇ ਵਜ੍ਹਾ ਕਰਕੇ ਤੁਸੀਂ ਇਹ ਕੇਸ ਲੜ ਰਹੇ ਹੋ, ਵੀ ਖੁੰਦਕ ਕੱਢੀ ਜਾ ਰਹੀ ਹੈ। ਇਹ ਗੱਲ ਕਿਹਨੇ ਆਖੀ ਹੈ ਜੀ, ਇਹ ਵੀ ਦੱਸ ਦਿਓ, ਕਿਉਂਕਿ ਔਨ ਰਿਕਾਰਡ ਤਾਂ ਮੈਂ ਕਿਤੇ ਨਹੀਂ ਦੇਖੀ। ਐਂਡ ਐਜ਼ ਅ ਲਾਇਰ ਪਹਿਲੀ ਵਾਰੀ ਹੈ ਕਿ ਮੈਨੂੰ ਆ ਸਵਾਲ ਪੁੱਛਿਆ ਗਿਆ। ਆਈ ਹੈਵ ਨੈਵਰ ਬੀਨ ਆਸਕਡ ਦਿਸ ਕੁਐਸਚਨ ਬਾਈ ਐਨੀ ਚੈਨਲ। ਤੁਸੀਂ ਦੱਸ ਦਿਓ, ਜਿਹਨੇ ਵੀ ਆ ਸਵਾਲ ਪੁੱਛਿਆ ਮੈਨੂੰ ਆਹ ਪੁੱਛਣਾ ਚਾਹੁੰਦਾ, ਮੈਨੂੰ ਦੱਸ ਦਿਓ ਮੈਂ ਕਿਹੜੇ ਕੇਸ ਕਰਾਂ, ਮੈਂ ਉਹ ਕਰਨੀ। ਜੇ ਇੰਨਾ ਡਾਊਟ ਹੈ ਲਾਇਰ ਦੀ ਕ੍ਰੈਡੀਬਿਲਿਟੀ ਦਾ ਕਰਕੇ ਕੇਸ ਨਾ ਮੈਂ ਪਰਚਾ ਕਰਾਉਣ ਵਾਲਿਆਂ, ਨਾ ਮੈਂ ਕੰਪਲੇਨੈਂਟ, ਤੇ ਮੈਂ ਕਹਿੰਦਾ ਕਿ ਕਿਸ ਕਪੈਸਿਟੀ ਕਰ ਰਿਹਾ, ਨਾ ਮੈਂ ਡਿਸੀਜਨ ਦੇਣ ਵਾਲਿਆਂ ਚ, ਨਾ ਮੈਂ ਤਫਤੀਸ਼ ਦੇ ਵਿੱਚ। ਲਾਇਰ ਕਿਸ ਕਪੈਸਿਟੀ ਦੇ ਵਿੱਚ ਬੰਦਾ ਕੱਢ ਸਕਦਾ, ਇਹ ਵੀ ਜ਼ਰਾ ਦੱਸ ਦਿਓ। ਹਾਂ, ਜੇ ਸੱਚਾਈ ਨਹੀਂ ਖੜਾ, ਉਹ ਮੈਂ ਖੜਾ, ਉਹ ਜਿਹਦੇ ਮਰਜ਼ੀ ਖਿਲਾਫ ਤੁਸੀਂ ਦੇਖ ਲਿਓ, ਜੇ ਮੈਂ ਖੜਾ ਮੈਂ ਡਰਦਾ ਨਹੀਂ। ਹੁਣ ਜੇਕਰ ਸੁਮੇਧ ਸੈਣੀ ਦੇ ਮਾਮਲੇ ਦੇ ਸੰਬੰਧਿਤ ਜੇ ਕੋਈ ਹੋਰ ਪਰਿਵਾਰ ਹੈਗੇ ਨੇ, ਤੁਸੀਂ ਤੁਹਾਡਾ ਹੋਰ ਵੀ ਪਰਿਵਾਰਾਂ ਨਾਲ ਸੰਪਰਕ ਆ ਜਿਨ੍ਹਾਂ ਨਾਲ ਧੱਕਾ ਹੋਇਆ ਕੋਈ ਕਿਤੇ? ਦੇਖੋ ਅਨਨੋਨ ਨੰਬਰਸ ਤੋਂ ਕਾਲਸ ਆਈਆਂ ਜਿਨ੍ਹਾਂ ਨੇ ਕਿਹਾ ਸਾਡੇ ਨਾਲ ਧੱਕਾ ਹੋਇਆ। ਮੈਂ ਉਹਨਾਂ ਨੂੰ ਕਿਹਾ ਜੀ ਆ ਕੇ ਜਾਂ ਪ੍ਰੈਸ ਦੇ ਵਿੱਚ ਆਪਣੀਆਂ ਸਟੇਟਮੈਂਟਸ ਦੇ ਦਿਓ ਜਾਂ ਕੋਰਟ ਦੇ ਵਿੱਚ ਦੇ ਦਿਓ। ਉਹ ਅਜੇ ਆਏ ਨਹੀਂ, ਆਉਣਗੇ ਤੇ ਪ੍ਰੈਸ ਦੇ ਸਾਹਮਣੇ ਆ ਜਾਣਗੇ। ਜਿਵੇਂ ਮਿਸਿਸ ਜੀ ਕੇ ਮਾਨ ਨੇ ਆਪ ਕੋਰਟ ਦੇ ਵਿੱਚ ਆ ਕੇ ਪਰਸੋਂ ਕਿਹਾ ਕਿ ਜੀ ਮੈਂ ਇੱਕ ਆਈ ਵਿਟਨੈਸ ਹੈ। ਸੋ ਉਸੇ ਤਰ੍ਹਾਂ ਲੋਕੀ ਆਉਣਗੇ ਅੱਗੇ ਤੇ ਕੰਪਲੇਂਟ ਦੇਣਗੇ ਤੇ ਚੀਜ਼ਾਂ ਸਾਹਮਣੇ ਆ ਜਾਣਗੀਆਂ। ਵੀ ਹੈਵ ਟੂ ਵੇਟ ਐਂਡ ਵਾਚ। ਤਾਂ ਉਹ ਚੀਜ਼ ਤੇ ਮੈਂ ਹੁਣ ਕੁਝ ਨਹੀਂ ਕਹਿ ਸਕਦਾ, ਬਿਕੋਜ਼ ਜੇ ਮੈਨੂੰ ਪਤਾ ਹੁੰਦਾ ਕੌਣ ਹੈ ਤੇ ਐਜ਼ ਅ ਲਾਇਰ ਤੇ ਮੈਂ ਆਹੀ ਐਡਵਾਈਸ ਦਿੰਦਾ ਨਾ ਕਿ ਕੰਪਲੇਂਟ ਦਿਓ। ਪ੍ਰਦੀਪ ਜੀ, ਮੇਰਾ ਲਾਸਟ ਸਵਾਲ, ਜੇਕਰ ਤੁਸੀਂ ਕੋਈ ਹੋਰ ਜਾਣਕਾਰੀ ਰਹਿ ਗਈ ਹੋਵੇ ਦੱਸਣੋਂ ਕੋਈ ਸਾਂਝੀ ਕਰਨ ਤੋਂ, ਇਸ ਕੇਸ ਨਾਲ ਸੰਬੰਧ ਕੋਈ ਜਾਣਕਾਰੀ ਤੁਹਾਡੇ ਧਿਆਨ 'ਚ ਹੋਵੇ, ਕੋਈ ਸਾਂਝੀ ਕਰ ਸਕਦੇ ਹੋ ਤੁਸੀਂ? ਨਹੀਂ, ਇਸ ਸਟੇਜ ਤੇ ਮੈਂ ਕੁਝ ਨਹੀਂ ਕਹਿ ਸਕਦਾ, ਬਿਕੋਜ਼ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੇ। ਉਹ ਇਨਵੈਸਟੀਗੇਸ਼ਨ ਦੇ ਵਿੱਚ ਜੋ ਚੀਜ਼ਾਂ ਆਉਣਗੀਆਂ ਉਹਦੇ ਤੋਂ ਤੁਸੀਂ ਜੋ ਮਤਲਬ ਚਲਾਨ ਬਣੂਗਾ ਜਾਂ ਜੋ ਵੀ ਚੀਜ਼ਾਂ ਬਾਹਰ ਆਉਣਗੀਆਂ ਜਾਂ ਜੋ ਵਿਟਨੈਸਿਸ ਗੱਲਾਂ ਦੱਸਣਗੇ, ਹੁਣ ਉਹ ਜੋ ਮੀਡੀਆ ਦੇ ਸਾਹਮਣੇ ਦੱਸਣਗੇ, ਉਹ ਚੀਜ਼ਾਂ ਤੋਂ ਫਿਰ ਪਤਾ ਲੱਗੂਗਾ ਕਿ ਇਹ ਫਿਰ ਮੈਂ ਕੁਝ ਦੱਸ ਸਕਦਾ ਤੁਹਾਨੂੰ। ਐਜ਼ ਆਫ ਨਾਓ ਤਾਂ ਮੈਂ ਕੁਝ ਵੀ ਨਹੀਂ ਦੱਸ ਸਕਦਾ। ਮੈਨੂੰ ਨਾ ਤਾਂ ਮੇਰੇ ਕੋਲ ਵਿਟਨੈਸਿਸ ਦੀ ਲਿਸਟ ਹੈ, ਇਨਵੈਸਟੀਗੇਸ਼ਨ ਹੈ ਜੋ ਹੋ ਰਹੀ ਹੈ। ਮੈਂ ਉਸ ਇਨਵੈਸਟੀਗੇਸ਼ਨ ਦੇ ਵਿੱਚ ਨਹੀਂ ਆਇਆ, ਜਸਟ ਦੀ ਕੰਪਲੇਨੈਂਟ ਕਾਊਂਸਲ। ਮੈਂ ਤਾਂ ਕੋਰਟ ਦੇ ਵਿੱਚ ਗਿਆ, ਲੀਗਲੀ ਮੈਂ ਕੰਪਲੇਨੈਂਟ ਵੱਲੋਂ ਕੇਸ ਲੜ ਰਿਹਾ। ਮੇਰਾ ਬੜਾ ਲਿਮਿਟਡ ਰੋਲ ਹੈ। ਉਹ ਇਨਵੈਸਟੀਗੇਸ਼ਨ ਦੇ ਵਿੱਚ ਚੀਜ਼ਾਂ ਆਉਣਗੀਆਂ ਫਿਰ ਅਸੀਂ ਕੁਝ ਦੱਸ ਸਕਾਂਗੇ, ਕੌਣ ਵਿਟਨੈਸ ਲੱਗੇ ਹੁੰਦੇ ਆ, ਕੌਣ ਕੀ ਕਰਦਾ ਹੈ। ਉਹ ਜਿਵੇਂ ਅੱਜ ਮਿਸਿਸ ਜੀ ਕੇ ਮਾਨ ਦਾ ਸਾਨੂੰ ਪਤਾ ਲੱਗਿਆ, ਪਰਸੋਂ ਪਤਾ ਲੱਗਿਆ। ਸੋ ਉਹੀ ਹੈ, ਹੁਣ ਉਹ ਕੀ ਸਟੇਟਮੈਂਟ ਉਹਨਾਂ ਨੇ ਪੁਲਿਸ ਨੂੰ ਦਿੱਤੀ ਹੈ ਸਾਨੂੰ ਨਹੀਂ ਪਤਾ। 161 'ਚ ਕੀ ਬੋਲੇ ਵੀ ਡੋਂਟ ਨੋ। 164 ਦਾ ਤਾਂ ਸਵਾਲ ਹੀ ਪਤਾ ਨਹੀਂ ਹੁੰਦਾ, ਪਤਾ ਹੁੰਦਾ। ਸੋ ਸਾਨੂੰ ਕੋਈ ਪਤਾ ਜੋ ਪਰਸੋਂ ਕੋਚ ਬੋਲ ਕੇ ਆਏ, ਕੋਚ ਮਤਲਬ। ਪ੍ਰਦੀਪ ਜੀ, ਇੱਕ ਸਵਾਲ ਹੋਰ ਵੀ ਆ, ਮੈਂ ਵੀ ਕਈ ਬੰਦੇ ਦੀਆਂ ਇੰਟਰਵਿਊਆਂ ਕੀਤੀਆਂ ਨੇ, ਕਈ ਲੀਡਰਾਂ ਦੀਆਂ ਵੀ ਕੀਤੀਆਂ ਨੇ, ਆਗੂਆਂ ਦੇ ਵੀ, ਉਹ ਵੀ ਕੋਈ ਹੋਰ ਆਗੂਆਂ ਦੇ ਵੀ ਨਾਮ ਆ ਸਕਦੇ ਨੇ ਕੋਈ ਰਾਜਨੀਤਿਕ ਇਹ ਮਾਮਲੇ ਨੂੰ ਲੈ ਕੇ? ਮੇਰਾ ਨਹੀਂ ਖਿਆਲ, ਕਿਉਂਕਿ ਸੁਮੇਧ ਸੈਣੀ ਨੇ ਕਿਸੇ ਨੂੰ ਮਾਰਿਆ, ਇਹਦੇ 'ਚ ਤੇ ਸੁਮੇਧ ਸੈਣੀ ਦਾ ਰੋਲ ਹੋਊਗਾ। ਉਹਦੇ ਜੂਨੀਅਰ ਹੋਣਗੇ ਜਿਹੜੇ ਉਹਦੇ ਨਾਲ ਰਹੇ ਹੋਣਗੇ। ਪੋਲੀਟੀਕਲ ਆਗੂ ਦਾ ਤਾਂ ਮੇਰਾ ਨਹੀਂ ਖਿਆਲ ਕੋਈ ਆਊਗਾ, ਕਿਉਂਕਿ ਕਦੇ ਵੀ ਕਿਸੇ ਵੀ ਸਟੇਜ ਤੇ ਕਿਸੇ ਪੋਲੀਟੀਕਲ ਲੀਡਰ ਜਾਂ ਲੀਡਰਸ਼ਿਪ ਨੂੰ ਕੁਐਸਚਨ ਕੀਤਾ ਹੀ ਨਹੀਂ ਗਿਆ। ਐਸ ਫਾਰ ਐਜ਼ ਆਈ ਨੋ ਇਸ ਕੇਸ ਤਾਂ ਸਿਰਫ ਸੁਮੇਧ ਸਿੰਘ ਸੈਣੀ ਮੇਨ ਅਕਿਊਜ਼ਡ ਹੈ। ਉਹਦੇ ਆਰਡਰਸ ਤੇ ਉਹਦੀ ਪ੍ਰੈਜ਼ੈਂਸ ਦੇ ਵਿੱਚ ਸਾਰਾ ਕੁਝ ਕੀਤਾ ਗਿਆ, ਐਲੀਗੇਸ਼ਨ ਨਹੀਂ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਨੇ ਬਲਵੰਤ ਸਿੰਘ ਮਲਤਾਨੀ ਦੇ ਮਾਮਲੇ ਵਿੱਚ ਜੋ ਸਾਡੇ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਵੀ ਕਿਸ ਤਰ੍ਹਾਂ ਕੇਸ ਚੱਲੇਗਾ, ਕੌਣ ਕੌਣ ਇਹਦੇ ਵਿੱਚ ਸ਼ਾਮਲ ਹੋ ਸਕਦੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਤੱਥ ਸਾਹਮਣੇ ਆਉਣਗੇ। ਤੁਹਾਡਾ ਗਲੋਬਲ ਪੰਜਾਬ ਟੀਵੀ ਨੂੰ ਜੋ ਤੁਸੀਂ ਨੇ ਸਮਾਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਸਨ ਵਕੀਲ ਪ੍ਰਦੀਪ ਵਿਰਕ, ਜੋ ਬਲਵੰਤ ਸਿੰਘ ਮਲਤਾਨੀ ਦੇ ਮਾਮਲੇ ਦੇ ਵਿੱਚ ਕੇਸ ਲੜ ਰਹੇ ਨੇ। ਇਹ ਮਲਤਾਨੀ ਦੇ ਪਰਿਵਾਰ ਵੱਲੋਂ ਸਾਬਕਾ ਡੀਜੀਪੀ ਜੋ ਸੁਮੇਧ ਸੈਣੀ ਨੇ, ਉਹਨਾਂ ਦੇ ਖਿਲਾਫ ਇਹ ਕੇਸ ਲੜ ਰਹੇ ਨੇ। ਇਹਨਾਂ ਨੇ ਮਾਮਲੇ ਦਾ ਜੋ ਕੇਸ ਆ ਪੂਰੀ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਆ। ਇਹਨਾਂ ਨੇ ਦੱਸਿਆ ਵੀ ਇਹ ਕੇਸ ਅੱਗੇ ਲੰਬਾ ਚੱਲੇਗਾ, ਪਰ ਪਰਿਵਾਰ ਨੂੰ ਜਿਹੜੀ ਉਹ ਇਨਸਾਫ ਦੀ ਉਮੀਦ ਹਜੇ ਬਾਕੀ ਹੈ।